Hello everyone, very good morning to all of you. Today we are discussing about modern predictable or long form of predictable. ਹਿਸਟਰੀ ਆਪਾਂ ਕੱਲ ਸਟੱਡੀ ਕੀਤੀ ਸੀ। ਹਿਸਟਰੀ ਦੇ ਵਿੱਚ ਕਾਫੀ ਜ਼ਿਆਦਾ ਸਾਇੰਟਿਸਟ ਆ ਗਏ ਸੀ। ਸਾਇੰਟਿਸਟਾਂ ਨੇ ਆਪਣੇ ਆਪਣੇ ਮਾਡਲਸ ਦਿੱਤੇ, ਉਹਨਾਂ 'ਚੋਂ ਕਾਫੀ ਜਿਹੜੇ ਮਾਡਲ ਸੀ ਉਹ ਸਕਸੈਸ ਗੇਨ ਕਰ ਲਈ ਸੀ ਜਿਨ੍ਹਾਂ ਨੇ, ਅਤੇ ਕਾਫੀ ਮਾਡਲਸ ਫੇਲ ਹੋ ਗਏ ਸੀ। ਅਤੇ ਅਗਰ ਆਪਾਂ ਓਵਰਆਲ ਗੱਲ ਕਰੀਏ ਤਾਂ ਜਿਹੜੇ ਪੁਰਾਣੇ ਸਾਰੇ ਮਾਡਲ ਸੀਗੇ ਉਹ ਕਾफ़ी हद तक ठीक भी ਸੀਗੇ, बट पूरी तरह ठीक नहीं सी, पूरी तरह क्लैरीफाई नहीं करते सी एलीमेंट्स ਦੀਆਂ प्रॉपर्टीज़ ਨੂੰ। ओके, सो ਨੈਕਸਟ ਫਿਰ ਨਵਾਂ ਟੇਬਲ ਬਣਾਉਣ ਬਾਰੇ ਸੋਚਿਆ ਗਿਆ। ਮੋਸਟਲੀ ਨਾਂ ਦਾ ਸਾਇੰਟਿਸਟ ਸੀਗਾ ਜਿਨ੍ਹਾਂ ਨੇ ਨਵਾਂ ਟੇਬਲ ਜਾਂ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਆ ਉਹਨੂੰ ਬਣਾਉਣ ਦੇ ਵਿੱਚ ਆਪਣੀ ਹੈਲਪ ਕੀਤੀ ਹੈ। ਮੋਸਲੇ ਨੇ ਕੀ ਕੀਤਾ ਸੀ? ਮੋਸਲੇ 1913 ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਫਾਈਂਡ ਆਊਟ ਕੀਤੀ ਜਿਹੜੀ ਕਿ ਰੈਵੋਲੂਸ਼ਨਰੀ ਸੀ। ਉਹ ਚੀਜ਼ ਕੀ ਸੀ? ਐਕਸ-ਰੇਜ਼ ਜਿਹੜੀਆਂ ਹੁੰਦੀਆਂ ਨੇ, ਐਕਸ-ਰੇਜ਼ ਦੀ ਫਰੀਕੁਐਂਸੀ, ਐਕਸ-ਰੇਜ਼ ਦੀ ਫਰੀਕੁਐਂਸੀ ਐਂਡ ਐਲੀਮੈਂਟ ਦਾ ਅਟੋਮਿਕ ਨੰਬਰ ਆਫ ਐਲੀਮੈਂਟ, ਇਹਨਾਂ ਦੋਨਾਂ ਦੇ ਵਿੱਚ ਇੱਕ ਰਿਲੇਸ਼ਨ ਫਾਈਂਡ ਆਊਟ ਕੀਤਾ। ਉਹ ਰਿਲੇਸ਼ਨ ਕੀ ਸੀ? ਇਹਨਾਂ ਦੇ ਅਕੋਰਡਿੰਗਲੀ ਕਿ ਜਿਹੜੀ ਫਰੀਕੁਐਂਸੀ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਜਾਂ ਫਰੀਕੁਐਂਸੀ ਜਿਹੜੀ ਹੈਗੀ ਉਹ ਡਾਇਰੈਕਟਲੀ ਵੇਰੀ ਕਰਦੀ ਹੈ ਵਿਦ ਅਟੋਮਿਕ ਨੰਬਰ। ਏ ਐਂਡ ਬੀ ਇਹ ਕੌਨਸਟੈਂਟਸ ਨੇ, ਹਰੇਕ ਐਲੀਮੈਂਟ ਦੇ ਲਈ ਇਹਦੀ ਵੈਲੂ ਅਲੱਗ-ਅਲੱਗ ਹੋਏਗੀ। ਜੈਡ ਜਿਹੜਾ ਹੈਗਾ ਅਟੋਮਿਕ ਨੰਬਰ ਹੈ, ਨਿਊ ਜਿਹੜੀ ਹੈਗੀ ਆ ਫਰੀਕੁਐਂਸੀ ਹੈ। ਇਟ ਮੀਨਸ ਆਪਾਂ ਬੋਲ ਸਕਦੇ ਹਾਂ ਜਿਹੜਾ ਨਿਊ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਜੈਡ ਦੀ। ਠੀਕ ਹੈ, ਜੈਡ ਇਨਕਰੀਜ਼ ਕਰਦੀ ਆ ਤਾਂ ਨਿਊ ਵੀ ਇਨਕਰੀਜ਼ ਕਰਦੀ ਆ। ਅਗਰ ਆਪਾਂ ਗ੍ਰਾਫ ਪਲਾਟ ਕਰੀਏ ਨਿਊ ਵਰਸਸ ਜੈਡ ਤਾਂ ਇਹ ਗ੍ਰਾਫ ਸਟੇਟ ਲਾਈਨ ਆਏਗਾ। ਇੱਥੋਂ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਜਿਹੜਾ ਫਰੀਕੁਐਂਸੀ ਆਫ ਐਕਸ-ਰੇਜ਼ ਹੈ ਉਹ ਅਟੋਮਿਕ ਨੰਬਰ ਦੇ ਉੱਪਰ ਡਿਪੈਂਡ ਕਰਦਾ। ਮੋਸਲੇ ਕਹਿੰਦਾ ਜਿਸ ਤਰ੍ਹਾਂ ਫਰੀਕੁਐਂਸੀ ਇਹਦੇ ਉੱਪਰ ਡਿਪੈਂਡ ਕਰਦੀ ਹੈ, ਉਸ ਤਰ੍ਹਾਂ ਬਾਕੀ ਜਿਹੜੀਆਂ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਨੇ ਉਹ ਵੀ ਅਟੋਮਿਕ ਨੰਬਰ 'ਤੇ ਡਿਪੈਂਡ ਕਰਦੀਆਂ ਨੇ, ਨਾ ਕਿ ਅਟੋਮਿਕ ਮਾਸ ਦੇ ਉੱਪਰ। ਇਸ ਤੋਂ ਪਹਿਲਾਂ ਜਿੰਨੇ ਵੀ ਮਾਡਲਸ ਬਣੇ ਸੀ ਸਾਰੇ ਅਟੋਮਿਕ ਮਾਸਸ ਦੇ ਬੇਸਿਸ 'ਤੇ ਬਣੇ ਸੀ। ਸੋ ਹੁਣ ਇੱਕ ਨਵੀਂ ਚੀਜ਼ ਆ ਗਈ ਕਿ ਜਿਹੜੀਆਂ ਵੀ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਨੇ ਉਹ ਅਟੋਮਿਕ ਨੰਬਰ ਦੇ ਹਿਸਾਬ ਨਾਲ ਵੇਰੀ ਕਰਦੀਆਂ ਨੇ, ਅਟੋਮਿਕ ਮਾਸ ਦੇ ਹਿਸਾਬ ਨਾਲ ਵੇਰੀ ਨਹੀਂ ਕਰਦੀਆਂ। ਤਾਂ ਹੁਣ ਨਵੇਂ ਮਾਡਲ ਜਿਹੜਾ ਤਿਆਰ ਕੀਤਾ ਗਿਆ, ਨਵਾਂ ਮਾਡਲ, ਉਹ ਅਟੋਮਿਕ ਨੰਬਰ ਦੇ ਹਿਸਾਬ ਦੇ ਨਾਲ ਫਿਰ ਤਿਆਰ ਕੀਤਾ ਗਿਆ। ਓਕੇ, ਤਾਂ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਜਿਹਨੂੰ ਆਪਾਂ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਵੀ ਬੋਲਦੇ ਹਾਂ, ਉਹ ਕਾਹਦੇ ਬੇਸਿਸ 'ਤੇ ਬਣਿਆ ਹੋਇਆ? ਅਟੋਮਿਕ ਨੰਬਰ ਦੇ ਬੇਸਿਸ 'ਤੇ, ਅਟੋਮਿਕ ਨੰਬਰ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ। ਠੀਕ ਹੈ, ਤਾਂ ਮੋਸਲੇ ਤੋਂ ਬਾਅਦ ਜਿਹੜੀ ਮਾਡਰਨ ਪੀਰੀਓਡਿਕ ਟੇਬਲ ਜਿਹੜਾ ਬਣਿਆ ਹੋਇਆ ਉਹਦਾ ਬੇਸਿਕ ਪ੍ਰਿੰਸੀਪਲ ਕੀ ਹੈ ਕਿ all the physical and chemical properties are the periodic function of their atomic numbers। ਤਾਂ ਕਿਸੇ ਵੀ ਐਲੀਮੈਂਟ ਦੀ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀ ਹੈ ਉਹ ਪੀਰੀਓਡਿਕ ਫੰਕਸ਼ਨ ਹੁੰਦੀ ਹੈ ਅਟੋਮਿਕ ਨੰਬਰ ਦੀ। ਅਗਰ ਆਪਾਂ ਅਟੋਮਿਕ ਨੰਬਰ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਐਲੀਮੈਂਟਸ ਨੂੰ ਅਰੇਂਜ ਕਰ ਦਾਂਗੇ ਇੱਕ ਟੇਬਲ ਦੀ ਫਾਰਮ ਦੇ ਵਿੱਚ, ਤਾਂ ਆਟੋਮੈਟਿਕਲੀ ਜਿਹੜੇ ਐਲੀਮੈਂਟਸ ਨੇ ਉਹ ਰੀਅਕਰ ਕਰਨ ਲੱਗ ਜਾਂਦੇ ਨੇ। ਆਟੋਮੈਟਿਕਲੀ ਜਿਹੜੇ ਐਲੀਮੈਂਟਾਂ ਦੀਆਂ ਪ੍ਰੋਪਰਟੀਜ਼ ਸੇਮ ਹੁੰਦੀਆਂ ਨੇ ਉਹ ਇੱਕ ਗਰੁੱਪ ਦੇ ਵਿੱਚ ਫਾਲ ਕਰਨਾ ਲੱਗ ਜਾਂਦੇ ਨੇ, ਫਾਲ ਕਰਨਾ ਸ਼ੁਰੂ ਕਰ ਦਿੰਦੇ ਨੇ। ਓਕੇ, ਤਾਂ ਇਹ ਮਾਡਰਨ ਪੀਰੀਓਡਿਕ ਟੇਬਲ ਦਾ ਬੇਸਿਕ ਪ੍ਰਿੰਸੀਪਲ ਹੋ ਗਿਆ। ਅੱਗੇ ਆਪਾਂ ਮਾਡਰਨ ਪੀਰੀਓਡਿਕ ਟੇਬਲ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ, ਕਿੰਨੇ ਗਰੁੱਪਸ ਬਣੇ ਨੇ, ਕਿੰਨੇ ਪੀਰੀਅਡਸ ਬਣੇ ਨੇ, ਜਾਂ ਕਿਵੇਂ ਕਰਕੇ ਇਹ ਬਣਿਆ ਹੋਇਆ, ਕਾਹਦੇ ਬੇਸਿਸ 'ਤੇ ਬਣਿਆ ਹੋਇਆ, ਹੈ ਨਾ। ਤਾਂ ਉਹ ਸਾਰਾ ਕੁਛ ਆਪਾਂ ਇੱਦਾਂ ਸਟੱਡੀ ਕਰਨਾ ਹੈ। ਓਕੇ, ਤਾਂ ਆਪਾਂ ਪਹਿਲਾਂ ਸਟੱਡੀ ਕਰਦੇ ਹਾਂ ਕਿ ਜਿਹੜੇ 100 ਤੋਂ ਅਬਵ ਐਲੀਮੈਂਟਸ ਨੇ, 100 ਤੋਂ ਅਬਵ ਐਲੀਮੈਂਟਸ ਨੇ, ਕਿਉਂਕਿ ਆਪਾਂ ਕੱਲ੍ਹ ਕੀਤਾ ਸੀ ਕਿ ਐਲੀਮੈਂਟਸ ਦੀ ਡਿਸਕਵਰੀ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਹੁੰਦੀ ਰਹੀ ਹੈ। ਟੋਟਲ 118 ਐਲੀਮੈਂਟਸ ਡਿਸਕਵਰ ਹੋ ਚੁੱਕੇ ਨੇ। ਉਹਨਾਂ ਦੇ ਵਿੱਚੋਂ ਜਿਹੜੇ ਵੀ ਐਲੀਮੈਂਟ ਡਿਸਕਵਰ ਹੁੰਦੇ ਨੇ, ਸਪੋਜ਼ ਕਰ ਲਓ ਕਿ ਏਰੀਆ A1 ਹੈ, ਏਰੀਆ A2 ਹੈ। ਠੀਕ ਹੈ, ਜਿਹੜੇ ਐਲੀਮੈਂਟਸ 100 ਤੋਂ ਅਬਵ ਨੇ ਅਟੋਮਿਕ ਨੰਬਰ ਦੇ ਵਿੱਚ ਜਾਂ ਜ਼ਿਆਦਾ ਹੈਵੀ ਐਲੀਮੈਂਟਸ ਨੇ, ਇਟ ਮੀਨਸ ਆਪਾਂ ਏਰੀਆ ਵਾਈਜ਼ ਗੱਲ ਕਰ ਰਹੇ ਸੀ। ਜਿਹੜੀ ਇੱਕ ਏਰੀਏ ਦੇ ਬੰਦੇ ਨੇ ਇੱਕ ਐਲੀਮੈਂਟ ਦੀ ਡਿਸਕਵਰੀ ਕੀਤੀ, ਦੂਸਰੇ ਏਰੀਏ ਦੇ ਬੰਦੇ ਨੇ ਸੇਮ ਐਲੀਮੈਂਟ ਦੀ ਡਿਸਕਵਰੀ ਕੀਤੀ, ਤਾਂ ਉਹਨਾਂ ਦੋਨਾਂ ਨੇ ਆਪਣਾ ਆਪਣਾ ਨਾਮ ਉਹਨਾਂ ਨੂੰ ਪ੍ਰੋਵਾਈਡ ਕਰਤਾ। ਇਟ ਮੀਨਸ ਇੱਕੋ ਐਲੀਮੈਂਟ ਦੇ ਦੋ ਨੇਮ ਹੋ ਗਏ ਜਾਂ ਦੋ ਤੋਂ ਜ਼ਿਆਦਾ ਹੋ ਗਏ। ਤਾਂ ਇੱਦਾਂ ਕਰਕੇ ਤਾਂ ਜਿਹੜੀ ਸਟੱਡੀ ਆ ਉਹ ਜ਼ਿਆਦਾ ਕਨਫਿਊਜ਼ ਹੋ ਜਾਏਗੀ।
ਇਹਦਾ ਮਤਲਬ ਇਹਨਾਂ ਦੀ ਸਟੱਡੀ ਜ਼ਿਆਦਾ ਕੰਪਲੈਕਸ ਹੋ ਜਾਏਗੀ, ਜਿਹੜੀ ਆਪਣੇ ਜਿਹੜਾ ਹੈਗਾ ਆਪਾਂ ਨੂੰ ਪੜ੍ਹਨ ਦੇ ਵਿੱਚ ਥੋੜ੍ਹਾ ਦਿੱਕਤ ਕ੍ਰੀਏਟ ਕਰੇਗੀ। ਸੋ ਇਸ ਪ੍ਰੋਬਲਮ ਨੂੰ ਹੱਲ ਕਰਨ ਦੇ ਲਈ ਜਿਹੜੀ IUPAC ਸੰਸਥਾ ਹੈ, IUPAC ਯਾਨੀ ਕਿ ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ ਐਂਡ CNIS ਕਮਿਸ਼ਨ ਇਨ ਨੋਮਨਕਲੇਚਰ ਆਫ ਇਨਆਰਗੈਨਿਕ ਕੈਮਿਸਟਰੀ, ਇਹਨਾਂ ਦੋਨਾਂ ਨੇ ਡਿਸਾਈਡ ਕੀਤਾ ਕਿ ਐਲੀਮੈਂਟਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਇੱਕੋ ਨਾਮ ਪ੍ਰੋਵਾਈਡ ਕੀਤਾ ਜਾਵੇ ਅਤੇ ਉਹਦੇ ਲਈ ਇੱਕ ਰੂਲ ਬਣਾਇਆ ਜਾਵੇ। ਤਾਂ ਉਹਨਾਂ ਲਈ ਇੱਕ ਰੂਲ ਬਣਾਇਆ ਗਿਆ। ਰੂਲ ਕੀ ਸੀ ਉਹ ਚੰਗੀ ਤਰ੍ਹਾਂ ਸਮਝਣਾ ਤੁਸੀਂ। 100 ਜਾਂ 100 ਤੋਂ ਅਬਵ ਜਿਹੜੇ ਐਲੀਮੈਂਟਸ ਨੇ ਉਹਨਾਂ ਦੇ ਲਈ ਇਹ ਰੂਲ ਅਪਲਾਈ ਹੁੰਦਾ। ਤਾਂ ਉਹਨਾਂ ਨੇ ਕੀ ਕਿਹਾ ਕਿ ਜਿਹੜੀਆਂ ਡਿਜਿਟਸ ਨੇ, ਡਿਜਿਟਸ ਜਿਵੇਂ 0 ਹੈ, 1 2 3 4 5 6 7 8 9, ਇਹਦੇ ਲਈ ਰੂਟ ਨੇਮ ਪ੍ਰੋਵਾਈਡ ਕੀਤਾ ਜਾਵੇ। ਮੈਂ ਤੁਹਾਨੂੰ ਸਾਰਾ ਕੁਛ ਬਾਅਦ ਦੇ ਵਿੱਚ ਦੱਸੂੰਗਾ, ਫਿਲਹਾਲ ਦੇ ਲਈ ਮੈਂ ਟੇਬਲ ਬਣਾ ਰਿਹਾ। ਅਗਰ 0 ਹੈ ਤਾਂ ਉਹਦੇ ਲਈ ਨਿਲ ਲਿਖਿਆ ਜਾਊਗਾ, ਫਿਰ ਅਨ ਲਿਖਿਆ ਜਾਊਗਾ, ਫਿਰ ਬਾਈ ਲਿਖਿਆ ਜਾਊਗਾ, ਫਿਰ ਟਰਾਈ, ਫਿਰ ਕੁਆਡ, ਫਿਰ ਪੈਂਟ, ਫਿਰ ਹੈਕਸ, ਫਿਰ ਸੈਪਟ, ਫਿਰ ਔਕਟ, ਫਿਰ ਐਨ। ਠੀਕ ਹੈ। ਅੱਗੇ ਜਿਹੜੀ ਐਬਰੀਵੇਸ਼ਨ ਇਹਦੇ ਵਾਸਤੇ ਯੂਜ਼ ਕਰਾਂਗੇ, ਇਹਦੇ ਲਈ ਐਨ ਜਾਣੀ ਕਿ ਜਿਹੜਾ ਫਸਟ ਲੈਟਰ ਆ ਉਹੀ ਯੂਜ਼ ਕਰ ਲਾਂਗੇ, UBT, ਕੁਆਡ, ਪੈਂਟ ਆ ਗਿਆ ਸੀ P, ਹੈਪਟ H, ਸੈਪਟ S, ਔਕਟ ONE। ਠੀਕ ਹੈ। ਸਪੋਜ਼ ਕਰੋ ਤੁਸੀਂ 100 ਐਲੀਮੈਂਟ ਦਾ ਨਾਮ ਲਿਖਣਾ ਚਾਹੁੰਦੇ ਹੋ। 1 ਦੇ ਲਈ ਕੀ ਯੂਜ਼ ਕਰਨਾ ਆਪਾਂ ਨੇ, ਨਿਲ। 0 ਦੇ ਲਈ ਕੀ ਯੂਜ਼ ਕਰਨਾ ਹੈ, 1 ਦੇ ਲਈ ਕੀ ਯੂਜ਼ ਕਰਨਾ ਹੈ, ਅਨ। 0 ਦੇ ਲਈ ਕੀ, ਨਿਲ। 2 ਜ਼ੀਰੋਜ਼ ਨੇ ਤਾਂ 2 ਨਿਲ ਆ ਗਏ। ਪਿੱਛੇ ਇਹਦੇ IUM ਲਗਾ ਦੇਣਾ ਅਤੇ ਇਹਦਾ ਨਾਮ ਬਣ ਗਿਆ ਅਨ, ਨਿਲ, ਨਿਲ, ਅਮ। ਠੀਕ ਹੈ। ਇਹਦਾ ਸਿੰਬਲ ਬਣ ਗਿਆ, ਇਹਦਾ ਸਿੰਬਲ ਆਊਗਾ U, ਇਹਦਾ ਸਿੰਬਲ ਆਊਗਾ N, ਇਹਦਾ ਸਿੰਬਲ ਆਏਗਾ N। ਇਹ ਇਹਦਾ ਸਿੰਬਲ ਬਣ ਗਿਆ ਐਲੀਮੈਂਟ ਦਾ, ਇਹ ਉਹਦਾ ਕੈਮੀਕਲ ਨੇਮ ਬਣ ਗਿਆ। ਸੋ ਇੱਦਾਂ ਕਰਕੇ ਕਿਸੇ ਵੀ ਐਲੀਮੈਂਟ ਦਾ ਜਿਹੜਾ ਨੇਮ ਹੈ ਉਹ ਲਿਖਿਆ ਜਾ ਸਕਦਾ ਹੈ। ਮੈਂ 1-2 ਐਗਜ਼ਾਮਪਲਸ ਹੋਰ ਕਰਵਾਉਣਾ ਤੁਹਾਨੂੰ, ਤਾਂ ਤੁਸੀਂ ਉਹ ਦੇਖ ਕੇ ਫਿਰ ਇਸ ਤੋਂ ਬਾਅਦ ਬਾਕੀ ਸਾਰੀਆਂ ਆਪ ਕਰਨੀਆਂ ਹੋਣਗੀਆਂ ਤੁਸੀਂ। ਫੋਰ ਐਗਜ਼ਾਮਪਲ ਯੂ ਹੈਵ ਟੂ ਰਾਈਟ 104। 1 ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਅਨ, ਪਲੱਸ 0 ਦੇ ਲਈ ਕੀ ਯੂਜ਼ ਕਰਦੇ ਹਾਂ, ਨਿਲ, ਪਲੱਸ 4 ਦੇ ਲਈ ਕੀ ਯੂਜ਼ ਕਰਾਂਗੇ, ਕੁਆਡ। ਇਹਦੇ ਨਾਲ ਆਪਾਂ ਕੀ ਲਗਾਵਾਂਗੇ, IUM, ਤਾਂ ਇਹਦਾ ਨੇਮ ਬਣ ਗਿਆ ਅਨ, ਨਿਲ, ਕੁਆਡੀਅਮ। ਔਰ ਇਹਦਾ ਸਿੰਬਲ ਕੀ ਬਣ ਗਿਆ, ਸਿੰਬਲ ਜਾਣਨ ਦੇ ਲਈ ਆਪਾਂ ਜਿਹੜਾ ਵੀ ਰੂਟ ਨੇਮ ਯੂਜ਼ ਕੀਤਾ ਉਹਦਾ ਫਸਟ ਲੈਟਰ UNQ ਯੂਜ਼ ਕਰਾਂਗੇ, UNQ, ਇਹਦਾ ਸਿੰਬਲ ਆ ਗਿਆ। ਸੋ ਐਲੀਮੈਂਟ ਦਾ ਨਾਮ ਵੀ ਲਿਖਿਆ ਗਿਆ, ਇਹਦਾ ਸਿੰਬਲ ਵੀ ਲਿਖਿਆ ਗਿਆ। ਅਗਰ ਤੁਸੀਂ 103 ਦਾ ਲਿਖਣਾ ਹੈ, ਸਪੋਜ਼ ਕਰੋ 103 ਦਾ ਲਿਖਣਾ ਚਾਹੁੰਦੇ ਹੋ, ਤਾਂ 1 ਦੇ ਲਈ ਅਨ ਆ ਗਿਆ, 0 ਦੇ ਲਈ ਨਿਲ ਆ ਗਿਆ, 3 ਦੇ ਲਈ ਕੀ ਆ ਗਿਆ, ਟਰਾਈ, ਨਾਲ ਕੀ ਲੱਗ ਗਿਆ, IUM, ਟਰਾਈਅਮ, ਅਨ, ਨਿਲ, ਟਰਾਈਅਮ। ਓਕੇ, ਤਾਂ ਇਹਦਾ ਨਾਮ ਆ ਗਿਆ। ਸੋ ਇਹਦਾ ਸਿੰਬਲ ਕੀ ਆ ਜਾਏਗਾ ਫਿਰ, UNT, UNT। ਓਕੇ, UNT ਆ ਗਿਆ। ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਅਗਰ 2 ਆਈਜ਼ ਆ ਜਾਣ ਤਾਂ ਉਹਨਾਂ 'ਚੋਂ ਇੱਕ ਆਈ ਲਾਉਣੀ ਆਪਾਂ ਨੇ। ਤਾਂ 2 ਆਈਆਂ ਇਕੱਠੀਆਂ ਨਹੀਂ ਲਗਾਉਣੀਆਂ, ਇੱਕ ਆਈ ਲਗਾ ਦੇਣੀ ਆ। ਜਿਵੇਂ ਟਰਾਈ ਦੇ ਵਿੱਚ ਵੀ ਆਈ ਆ ਰਹੀ ਹੈ, IUM ਦੇ ਵਿੱਚ ਵੀ ਆਈ ਆ ਰਹੀ ਹੈ, ਤਾਂ ਉੱਥੇ ਸਿਰਫ ਇੱਕ ਆਈ ਹੀ ਤੁਸੀਂ ਯੂਜ਼ ਕਰ ਲੈਣੀ ਹੈ। ਸੋ ਇੱਦਾਂ ਕਰਕੇ ਤੁਸੀਂ ਕਿਸੇ ਵੀ ਐਲੀਮੈਂਟ ਦਾ ਅਬਵ 100 ਔਰ 100 ਜਿਹੜਾ ਹੈਗਾ ਨੇਮਿੰਗ ਕਰ ਸਕਦੇ ਹੋ, ਉਹਦਾ ਸਿੰਬਲ ਲਿਖ ਸਕਦੇ ਹੋ। ਓਕੇ, ਨਾਓ ਨੈਕਸਟ ਹੈਗਾ ਮਾਡਰਨ ਜਿਹੜਾ ਪੀਰੀਓਡਿਕ ਟੇਬਲ ਹੈ, ਜਾਂ ਕਿ ਕਹਿ ਲਓ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਹੈ। ਇਹਨੂੰ ਜਿਵੇਂ ਵੀ ਬਣਾਇਆ ਗਿਆ, ਇੱਦਾਂ ਗਰੁੱਪਸ ਬਣੇ ਹੋਏ ਨੇ ਅਤੇ ਪੀਰੀਅਡਸ ਬਣੇ ਹੋਏ ਨੇ। ਓਵਰਆਲ ਜੇ ਤੁਸੀਂ ਵੇਖਿਆ ਹੋਵੇ, ਜਿਹੜਾ ਬੁੱਕ 'ਤੇ ਸਟਾਰਟਿੰਗ ਦੇ ਵਿੱਚ ਜਿਹੜਾ ਪੀਰੀਓਡਿਕ ਟੇਬਲ ਦਿੱਤਾ ਹੁੰਦਾ ਹੈ, ਉਹ ਇੱਦਾਂ ਗਰੁੱਪਸ ਐਂਡ ਪੀਰੀਅਡਸ ਦੀ ਫਾਰਮ ਦੇ ਵਿੱਚ ਇੱਦਾਂ ਕਰਕੇ ਦਿੱਤਾ ਹੁੰਦਾ। ਓਕੇ, ਤਾਂ ਓਵਰਆਲ ਜੇ ਗੱਲ ਕਰੀਏ ਤਾਂ ਪੀਰੀਅਡਸ ਕਿੰਨੇ ਨੇ, ਟੋਟਲ ਨੰਬਰ ਆਫ ਪੀਰੀਅਡਸ। ਪੀਰੀਅਡਸ ਕੀ ਹੁੰਦੇ ਨੇ, ਪੀਰੀਅਡਸ ਆਰ ਦਾ ਹੌਰੀਜ਼ੋਂਟਲ ਰੋਜ਼। ਜਿਹੜੀਆਂ ਹੌਰੀਜ਼ੋਂਟਲ ਰੋਜ਼ ਨੇ ਨਾ, ਜਿਵੇਂ ਫਸਟ ਰੋ ਬਣ ਗਈ, ਸੈਕਿੰਡ ਰੋ ਬਣ ਗਈ, ਥਰਡ ਰੋ ਬਣ ਗਈ, ਫੋਰਥ ਰੋ ਬਣ ਗਈ, ਜਿਹੜੀਆਂ ਇਹ ਰੋਜ਼ ਨੇ ਇਹਨਾਂ ਨੂੰ ਆਪਾਂ ਪੀਰੀਅਡਸ ਬੋਲਦੇ ਹਾਂ। ਦੇ ਆਰ ਪੀਰੀਅਡਸ। ਜਿਹੜੇ ਵਰਟੀਕਲ ਕਾਲਮਸ ਨੇ ਇਹਨਾਂ ਨੂੰ ਆਪਾਂ ਬੋਲਦੇ ਹਾਂ ਗਰੁੱਪਸ। ਜਿਵੇਂ ਫਸਟ ਗਰੁੱਪ ਹੈ, ਸੈਕਿੰਡ ਗਰੁੱਪ ਹੈ, ਥਰਡ, ਫੋਰਥ, ਫਿਫਥ, ਇਹ ਗਰੁੱਪਸ ਨੇ। ਤਾਂ ਵਰਟੀਕਲ ਮੀਨਸ ਉੱਪਰੋਂ ਨੀਚੇ ਵੱਲ ਨੂੰ, ਵਰਟੀਕਲ ਜਿਹੜੇ ਕਾਲਮਸ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਗਰੁੱਪਸ। ਠੀਕ ਹੈ, ਫਸਟ ਗਰੁੱਪ, ਸੈਕਿੰਡ ਗਰੁੱਪ, ਥਰਡ ਗਰੁੱਪ, ਫੋਰਥ ਗਰੁੱਪ, ਫਿਫਥ ਗਰੁੱਪ। ਜਿਹੜੇ ਲੈਫਟ ਟੂ ਰਾਈਟ ਨੇ, ਜਾਂ ਕਹਿ ਲਓ ਜਿਹੜੇ ਹੌਰੀਜ਼ੋਂਟਲ ਰੋਜ਼ ਨੇ, ਉਹਨਾਂ ਨੂੰ ਕੀ ਬੋਲਦੇ ਆਪਾਂ, ਪੀਰੀਅਡਸ। ਪਹਿਲਾ ਪੀਰੀਅਡ, ਦੂਸਰਾ ਪੀਰੀਅਡ, ਤੀਸਰਾ ਪੀਰੀਅਡ, ਚੌਥਾ ਪੀਰੀਅਡ ਐਂਡ ਸੋ ਔਨ। ਪੀਰੀਓਡਿਕ ਟੇਬਲ ਦੇ ਵਿੱਚ ਟੋਟਲ ਨੰਬਰ ਆਫ ਪੀਰੀਅਡਸ 7 ਨੇ। ਟੋਟਲ ਨੰਬਰ ਆਫ ਗਰੁੱਪਸ ਕਿੰਨੇ ਨੇ, 18। ਟੋਟਲ ਨੰਬਰ ਆਫ ਪੀਰੀਅਡਸ 7 ਹੋ ਗਏ, ਗਰੁੱਪਸ ਕਿੰਨੇ ਹੋ ਗਏ, 18। ਓਕੇ, ਨਾਓ ਨੈਕਸਟ
ਆਪਾਂ ਹੁਣ ਪੀਰੀਅਡ ਵਾਈਜ਼ ਐਲੀਮੈਂਟਸ ਨੂੰ ਸਟੱਡੀ ਕਰਦੇ ਹਾਂ ਕਿ ਫਸਟ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟ ਹੋਣਗੇ ਅਤੇ ਕਿਵੇਂ ਪਤਾ ਲੱਗੇਗਾ ਕਿ ਕਿੰਨੇ ਐਲੀਮੈਂਟ ਨੇ। ਓਕੇ, ਪੀਰੀਅਡ ਨੰਬਰ ਫਸਟ, ਹਾਊ ਮੈਨੀ ਐਲੀਮੈਂਟਸ ਆਰ ਦੇਅਰ? ਓਕੇ, ਜਿਹੜਾ ਲੌਂਗ ਫਾਰਮ ਆਫ ਪੀਰੀਓਡਿਕ ਟੇਬਲ ਬਣਿਆ ਹੋਇਆ, ਇੱਕ ਮੈਂ ਤੁਹਾਨੂੰ ਹੋਰ ਚੀਜ਼ ਵਿੱਚ ਐਡ ਕਰਨੀ ਚਾਹੂੰਗਾ। ਅਟੋਮਿਕ ਨੰਬਰ ਦੇ ਬੇਸਿਸ 'ਤੇ ਨੈਚੁਰਲੀ ਗੱਲ ਹੈ ਉਹ 'ਤੇ ਬਣਿਆ ਹੋਇਆ, ਬਟ ਅਟੋਮਿਕ ਨੰਬਰ ਦੇ ਬੇਸਿਸ 'ਤੇ ਹੀ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਕਰਦੇ ਹਾਂ। ਸੋ ਓਵਰਆਲ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਉਹ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਬੇਸਿਸ 'ਤੇ ਰਾਈਟ ਅਪ ਹੋਇਆ ਵਾ, ਬਣਿਆ ਹੋਇਆ। ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਬੇਸਿਸ 'ਤੇ ਇਹ ਬਣਿਆ ਹੋਇਆ। ਓਕੇ, ਨੈਕਸਟ ਜਿਹੜੀ ਚੀਜ਼ ਹੈ, ਪਹਿਲੇ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟ ਹੋਣਗੇ ਕਿਵੇਂ ਪਤਾ ਲੱਗੇਗਾ, ਸੈਕਿੰਡ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟ ਹੋਣਗੇ ਕਿਵੇਂ ਪਤਾ ਲੱਗੇਗਾ, ਇਹ ਚੀਜ਼ ਆਪਾਂ ਕਰਦੇ ਹਾਂ। ਇੱਥੇ ਇਹ ਕੁਐਸਚਨ ਆਉਂਦਾ ਕਿ ਪੀਰੀਅਡ ਦੇ ਵਿੱਚ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਕਿੰਨੇ ਐਲੀਮੈਂਟਸ ਨੇ। ਸੋ ਜਿਹੜਾ ਫਸਟ ਪੀਰੀਅਡ ਹੈ, ਪੀਰੀਅਡ ਨੰਬਰ ਫਸਟ ਦੇ ਵਿੱਚ ਦੋ ਐਲੀਮੈਂਟ ਨੇ, ਹਾਈਡਰੋਜਨ ਅਤੇ ਹੀਲੀਅਮ। ਦੇਖੋ ਪੀਰੀਅਡ ਨੰਬਰ ਫਸਟ ਹੈ, ਇਟ ਮੀਨਸ ਐਨ ਦੀ ਵੈਲੂ ਫਸਟ ਹੈ। ਇਹਦੇ ਵਿੱਚ ਆਪਾਂ 1s ਆਰਬਿਟਲ ਫਿਲ ਕਰਦੇ ਹਾਂ। ਇੱਕ ਗੱਲ ਹਮੇਸ਼ਾ ਯਾਦ ਰੱਖਣੀ ਆ, ਤੁਸੀਂ ਨੰਬਰ ਆਫ ਆਰਬਿਟਲਸ ਕਿੰਨੇ ਫਿਲ ਕੀਤੇ ਨੇ ਉਹ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟ ਨੇ। ਨੰਬਰ ਆਫ ਪੀਰੀਅਡਸ ਇੱਥੇ ਕਿੰਨੇ ਨੇ? ਓਨਲੀ 1 ਹੈ। ਸੌਰੀ, ਨੰਬਰ ਆਫ ਆਰਬਿਟਲਸ ਓਨਲੀ ਕਿੰਨੇ ਨੇ? 1 ਨੇ। ਇਹਦਾ ਮਤਲਬ ਇਹਦੇ ਵਿੱਚ 2 ਐਲੀਮੈਂਟ ਹੋਣਗੇ। ਕਿਵੇਂ ਪਤਾ ਲੱਗੂਗਾ? ਜਿੰਨੇ ਆਰਬਿਟਲਸ ਹੋਣ ਉਹਦਾ ਡਬਲ ਕਰ ਦਿਓ, ਮੀਨਸ ਉਹਨੂੰ 2 ਨਾਲ ਮਲਟੀਪਲਾਈ ਕਰ ਦਿਓ, ਓਨੇ ਉਹਦੇ ਵਿੱਚ ਐਲੀਮੈਂਟਸ ਹੋਣਗੇ। ਫਸਟ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟ ਹੋ ਗਏ? ਫਿਰ 2। ਜੇ ਆਪਾਂ ਸੈਕਿੰਡ ਪੀਰੀਅਡ ਦੀ ਗੱਲ ਕਰੀਏ, ਸੈਕਿੰਡ ਪੀਰੀਅਡ ਦੇ ਵਿੱਚ ਆਪਾਂ 2s ਐਂਡ 2p ਫਿਲ ਕਰਦੇ ਹਾਂ। ਸੈਕਿੰਡ ਪੀਰੀਅਡ ਜਿਵੇਂ ਕਿ ਅਟੋਮਿਕ ਨੰਬਰ 3 ਆ, ਜਾਂ ਅਟੋਮਿਕ ਨੰਬਰ 3 ਤੋਂ ਲੈ ਕੇ 10 ਤੱਕ ਜਿਹੜੇ ਐਲੀਮੈਂਟਸ ਨੇ ਉਹਦੇ ਵਿੱਚ ਆਪਾਂ 2s ਅਤੇ 2p ਹੀ ਫਿਲ ਕਰਦੇ ਹਾਂ। 2s ਦੇਖੋ ਇੱਕ ਆਰਬਿਟਲ ਹੈ, 2p ਦੇ ਵਿੱਚ ਕਿੰਨੇ ਨੇ? 3 ਆਰਬਿਟਲ ਨੇ। ਟੋਟਲ ਨੰਬਰ ਆਫ ਆਰਬਿਟਲ ਕਿੰਨੇ ਹੋ ਗਏ? 4। ਤਾਂ ਟੋਟਲ ਨੰਬਰ ਆਫ ਐਲੀਮੈਂਟਸ ਇਸ ਪੀਰੀਅਡ ਦੇ ਵਿੱਚ ਕਿੰਨੇ ਹੋਣਗੇ? ਫਿਰ 2 × 4 ਯਾਨੀ ਕਿ 8। ਤਾਂ ਸੈਕਿੰਡ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟਸ ਨੇ? ਦੇਅਰ ਆਰ 8 ਐਲੀਮੈਂਟਸ। ਓਕੇ, ਥਰਡ ਪੀਰੀਅਡ ਦੀ ਗੱਲ ਕਰਦੇ ਹਾਂ ਆਪਾਂ। ਥਰਡ ਪੀਰੀਅਡ ਦੇ ਵਿੱਚ ਆਪਾਂ 3s ਅਤੇ 3p ਭਰਦੇ ਹਾਂ, ਫਿਲ ਕੀਤਾ ਜਾਂਦਾ 3s ਅਤੇ 3p। ਇਹਦੇ ਵਿੱਚ ਨੰਬਰ ਆਫ ਆਰਬਿਟਲਸ 1 ਨੇ, ਇਹਦੇ ਵਿੱਚ 3 ਨੇ। ਟੋਟਲ ਨੰਬਰ ਆਫ ਆਰਬਿਟਲਸ 4 ਹੋ ਗਏ। ਤਾਂ ਟੋਟਲ ਨੰਬਰ ਆਫ ਐਲੀਮੈਂਟਸ ਇੱਥੇ ਕਿੰਨੇ ਹੋ ਜਾਣਗੇ? 8। ਓਕੇ, ਤਾਂ ਥਰਡ ਪੀਰੀਅਡ ਦੇ ਵਿੱਚ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਨੇ? 8 ਨੇ। ਫਸਟ ਦੇ ਵਿੱਚ 2 ਸੀ, ਸੈਕਿੰਡ ਦੇ ਵਿੱਚ 8 ਨੇ, ਥਰਡ ਦੇ ਵਿੱਚ 8 ਨੇ। ਅੱਗੇ ਆਪਾਂ ਫੋਰਥ ਦੇ ਵਿੱਚ ਗੱਲ ਕਰਦੇ ਹਾਂ। ਫੋਰਥ ਦੇ ਵਿੱਚ ਕਿੰਨੇ ਐਲੀਮੈਂਟਸ ਹੋਣਗੇ ਉਹ ਆਪਾਂ ਗੱਲ ਕਰਦੇ ਹਾਂ। ਦੇਖੋ ਫੋਰਥ ਦੇ ਵਿੱਚ ਕਿਹੜੇ ਭਰੇ ਜਾਂਦੇ ਨੇ? ਇੱਕ ਤਾਂ 4s ਭਰਿਆ ਜਾਂਦਾ, ਇੱਕ 4s ਤੋਂ ਬਾਅਦ 3d ਭਰਿਆ ਜਾਂਦਾ, ਫਿਰ 4p ਭਰਿਆ ਜਾਂਦਾ। ਤਾਂ ਇੱਥੇ ਨੰਬਰ ਆਫ ਆਰਬਿਟਲਸ 1 ਨੇ। ਇੱਥੇ ਨੰਬਰ ਆਫ ਆਰਬਿਟਲਸ ਕਿੰਨੇ? d ਦੇ ਵਿੱਚ 5 ਹੁੰਦੇ ਨੇ, p ਦੇ ਵਿੱਚ ਕਿੰਨੇ ਹੁੰਦੇ ਨੇ? 3, 8, 9। ਟੋਟਲ ਨੰਬਰ ਆਫ ਆਰਬਿਟਲਸ ਕਿੰਨੇ ਹੋ ਗਏ? 9। ਤਾਂ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋ ਜਾਣਗੇ? ਫਿਰ 18। ਇਹਦਾ ਮਤਲਬ ਫੋਰਥ ਪੀਰੀਅਡ ਦੇ ਵਿੱਚ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਨੇ? 18 ਐਲੀਮੈਂਟਸ ਨੇ। ਅੱਗੇ ਆਪਾਂ ਫਿਫਥ ਗਰੁੱਪ ਦੀ ਗੱਲ ਕਰ ਲੈਂਦੇ ਹਾਂ। ਫਿਫਥ ਗਰੁੱਪ ਦੇ ਵਿੱਚ ਕਿਹੜੇ ਆਰਬਿਟਲਸ ਭਰੇ ਜਾਂਦੇ ਨੇ ਇਹ ਯਾਦ ਰੱਖਣੇ ਆ ਤੁਸੀਂ। ਫਿਫਥ ਦੇ ਵਿੱਚ ਭਰੇ ਜਾਂਦੇ ਨੇ 5s, 4d ਐਂਡ 5p। ਓਕੇ, 5s 1 ਆਰਬਿਟਲ ਹੈ, 4d 3, 4, 5 ਆਰਬਿਟਲਸ ਨੇ, p ਦੇ ਵਿੱਚ 3 ਆਰਬਿਟਲਸ ਨੇ। ਟੋਟਲ ਨੰਬਰ ਆਫ ਆਰਬਿਟਲਸ ਕਿੰਨੇ ਹੋ ਗਏ? ਫਿਰ ਇੱਥੇ ਵੀ 9 ਹੋ ਗਏ, ਯਾਨੀ ਕਿ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋਣਗੇ ਫਿਫਥ ਪੀਰੀਅਡ ਦੇ ਵਿੱਚ? 18। ਤਾਂ ਇੱਥੇ ਵੀ 18 ਐਲੀਮੈਂਟਸ ਆ ਗਏ। ਨੈਕਸਟ ਹੈਗਾ ਸਿਕਸਥ। ਨੈਕਸਟ ਇਜ਼ ਸਿਕਸਥ ਪੀਰੀਅਡ। ਸਿਕਸਥ ਪੀਰੀਅਡ ਦੇ ਵਿੱਚ ਆਪਾਂ 6s, 4f, 5d ਅਤੇ 6p ਆਰਬਿਟਲਸ ਇਹ ਫਿਲ ਕਰਦੇ ਹਾਂ। ਟੋਟਲ ਨੰਬਰ ਆਫ ਆਰਬਿਟਲਸ ਕਿੰਨੇ ਹੋ ਗਏ? 6s, s ਦੇ ਵਿੱਚ 1 ਹੁੰਦੇ ਨੇ, p ਦੇ ਵਿੱਚ ਕਿੰਨੇ ਹੁੰਦੇ ਨੇ? 7, d ਦੇ ਵਿੱਚ 5, p ਦੇ ਵਿੱਚ 3। ਟੋਟਲ ਨੰਬਰ ਆਫ ਆਰਬਿਟਲਸ ਕਿੰਨੇ ਹੋ ਗਏ? 7, 3, 10, 16, 16 ਹੋ ਗਏ। ਟੋਟਲ ਨੰਬਰ ਆਫ ਜਿਹੜੇ ਐਲੀਮੈਂਟਸ ਕਿੰਨੇ ਹੋ ਗਏ ਫਿਰ ਇਹਦੇ ਵਿੱਚ? 32। ਯਾਨੀ ਕਿ ਸਿਕਸਥ ਪੀਰੀਅਡ ਦੇ ਵਿੱਚ ਕਿੰਨੇ ਐਲੀਮੈਂਟਸ ਹੋਣਗੇ? ਟੋਟਲ 32। ਸੈਵਨਥ, ਕਿਉਂਕਿ ਟੋਟਲ 7th ਪੀਰੀਅਡ ਨੇ। ਸੋ 7th ਪੀਰੀਅਡ ਦੀ ਗੱਲ ਕਰੀਏ ਆਪਾਂ, 7th ਪੀਰੀਅਡ ਦੇ ਵਿੱਚ ਆਪਾਂ 7s, 5f, 6d ਐਂਡ 7p ਫਿਲ ਕਰਦੇ ਹਾਂ।
7s यानी कि एक ऑर्बिटल है, F मीनस 7 ऑर्बिटल्स ने, D मीनस 5 ऑर्बिटल्स ने, P मीनस 3 ऑर्बिटल्स ने। टोटल नंबर ऑफ ऑर्बिटल्स इत्थे भी 16 हो गए, यानी कि इत्थे भी टोटल नंबर ऑफ एलीमेंट्स किन्ने हो गए 32। सो अगर मैं ओवरऑल दसां तुहानूं फस्ट पीरीयड दे विच किन्ने एलीमेंट्स हुंदे ने, फस्ट पीरीयड दे विच 2 एलीमेंट हुंदे ने, सैकेंड दे विच 8, थर्ड दे विच 8, फिर 18, फिर 18, फिर 32 इन्हां नूं बोलिया जांदा मैजिक नंबरस। दे आर मैजिक नंबरस। फस्ट पीरीयड दे विच 2 एलीमेंट होणगे, सैकेंड दे विच 8, फिर 8, फिर 18, फिर 18, 32 टोटल अगर काउंट करोगे तो 18 एलीमेंट बन जाएंगे टोटल। तो टोटल 118 एलीमेंटा का इदा प्रोडिक्ट टेबल बनया हुआ। तो आप पीरीयड वाइज आप एलीमेंट्स में स्टडी कर लिया। ग्रुप वाइज जे करना हो तो ग्रुप वाइज अगर स्टडी किया जाता है तो ग्रुप वाइज टोटल नंबर ऑफ जोड़े ग्रुप्स ने वो किन्ने ने अपने को 18 ग्रुप्स ने। टोटल नंबर ऑफ ग्रुप्स किन्ने ने, फस्ट ग्रुप, सैकेंड, थर्ड, फोर्थ, फिफ्थ, सिक्स्थ, सैवनथ, एट्थ, नाइन्थ एंड 10th, 11th, 12th, 13, 14, 15, 16, 17 एंड 18। टोटल नंबर ऑफ ग्रुप्स अपने को किन्ने ने, 18 ग्रुप्स ने। ਇਹਦੇ ਵਿੱਚੋਂ ਜਿਹੜਾ ਫਸਟ ਹੈ ਇਹਨੂੰ ਬੋਲਿਆ ਜਾਂਦਾ 1A, ਇਹਨੂੰ ਸੈਕਿੰਡ ਨੂੰ ਬੋਲਿਆ ਜਾਂਦਾ 2A। ਓਕੇ, ਇਸ ਵਾਰ 13 ਤੋਂ ਲੈ ਕੇ 18 ਤੱਕ ਇਹ ਸਾਰੇ A ਆਉਣਗੇ। 3rd A, 4th A, 5th A, 6th A, 7th A, 8th A, 8th A ਤੱਕ ਚੱਲ ਜਾਏਗਾ। 11th ਤੇ 12th ਜਿਹੜਾ ਗਰੁੱਪ ਹੈ ਉਹਨੂੰ ਆਪਾਂ B ਨਾਲ ਰਿਪਰੈਜ਼ੈਂਟ ਕਰਦੇ ਆ, 1B, 2B। ਫਿਰ ਇੱਥੋਂ ਲੱਗ ਜਾਓ 3B, 4B, 5B, 6B, 7B, ਇਸ ਵਾਰ ਇਹ ਸਾਰਾ ਆ ਜਾਏਗਾ 8B। ਓਕੇ, ਗਰੁੱਪ ਨੰਬਰ 9th, 8th, 9th ਐਂਡ 10th ਇਹਨੂੰ ਆਪਾਂ 8B ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤਾਂ ਧਿਆਨ ਦਿਓ ਇੱਥੇ ਜਿਹੜੇ S ਤੇ P ਵਾਲੇ ਨੇ, ਠੀਕ ਹੈ, S ਤੇ P ਵਾਲੇ ਨੇ ਜਿਹੜੇ ਉਹਨਾਂ ਨੂੰ ਆਪਾਂ A ਨਾਲ ਰਿਪਰੈਜ਼ੈਂਟ ਕਰਨਾ, ਬਾਕੀਆਂ ਨੂੰ ਆਪਾਂ B ਨਾਲ ਰਿਪਰੈਜ਼ੈਂਟ ਕਰਨਾ। ਟੋਟਲ 18 ਗਰੁੱਪ ਨੇ, ਤੁਸੀਂ ਪੀਰੀਓਡਿਕ ਟੇਬਲ ਦੇ ਵਿੱਚ ਚੈੱਕ ਕਰੋ। 18 ਗਰੁੱਪਸ ਨੇ, ਜਿਹੜੇ ਪਹਿਲੇ 2 ਗਰੁੱਪ ਨੇ ਤੇ 13ਵੇਂ ਤੋਂ 18ਵੇਂ ਤੱਕ ਜਿਹੜੇ ਗਰੁੱਪਸ ਨੇ ਇਹਨਾਂ ਨੂੰ ਆਪਾਂ ਕਾਹਦੇ ਨਾਲ ਰਿਪਰੈਜ਼ੈਂਟ ਕੀਤਾ, A ਦੇ ਨਾਲ ਰਿਪਰੈਜ਼ੈਂਟ ਕੀਤਾ, A ਦੇ ਨਾਲ ਸਿੰਬਲਾਈਜ਼ ਕੀਤਾ, ਬਾਕੀ ਨੂੰ ਆਪਾਂ B ਦੇ ਨਾਲ ਸਿੰਬਲਾਈਜ਼ ਕਰਾਂਗੇ। ਓਕੇ, ਜਿਹੜੇ ਫਸਟ 2 ਗਰੁੱਪਸ ਨੇ ਇਹਨਾਂ ਨੂੰ ਆਪਾਂ S ਬਲੌਕ ਬੋਲਦੇ ਹਾਂ। ਦੇ ਆਰ ਕਾਲਡ S ਬਲੌਕ ਐਲੀਮੈਂਟਸ। ਕਿਉਂ? ਬਿਕੋਜ਼ ਇਹਨਾਂ ਦੇ ਵਿੱਚ ਜਿਹੜਾ ਲਾਸਟ ਇਲੈਕਟ੍ਰੋਨ ਉਹ S ਦੇ ਵਿੱਚ ਭਰਿਆ ਜਾਂਦਾ। ਜਿਵੇਂ ਆਪਾਂ ਹਾਈਡਰੋਜਨ ਦੀ ਗੱਲ ਕਰਦੇ ਹਾਂ, ਹਾਈਡਰੋਜਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ ਭਲਾ, 1s1। ਠੀਕ ਹੈ, ਸੇਮ ਹੀ ਇਹਦੇ ਨੀਚੇ ਲੀਥੀਅਮ ਆਉਂਦਾ। ਲੀਥੀਅਮ ਦੀ ਕਿੰਨੀ ਹੈ, 2s1, 1s2, 2s1। यानी कि लास्ट इलैक्ट्रॉन काहदे विच आ रहा, S दे विच आ रहा। तो अगर लास्ट इलैक्ट्रॉन S ऑर्बिटल दे विच आउंदा तो S ब्लॉक एलीमेंट्स ने, जे लास्ट इलैक्ट्रॉन P दे विच आउंदा तो P ब्लॉक एलीमेंट्स ने, अगर लास्ट इलैक्ट्रॉन D दे विच आउंदा तो D ब्लॉक एलीमेंट्स ने, अगर लास्ट इलैक्ट्रॉन F दे विच आउंदा तो F ब्लॉक एलीमेंट्स ने। ओके, तो टोटल पीरियोडिक टेबल दे विच 4 ब्लॉक्स बने हुए हैं, S, P, D एंड F। S, P, D एंड F काहदे बेसिस ते कि लास्ट इलैक्ट्रॉन किहड़े ऑर्बिटल दे विच आपां ने फिल करना। ओके, तो जनरल जी डिस्क्रिप्शन सी अबाउट लॉन्ग फॉर्म ऑफ पीरियोडिक टेबल। अगे आप करांगे कि जोड़े एलीमेंट्स ने S ब्लॉक के, P ब्लॉक के, D ब्लॉक के या F ब्लॉक के, इन्हां दे की प्रॉपर्टीज़ ने, की इन्हां दे करैक्टरिस्टिक्स ने। ओके, तो वो नैक्सट लैक्चर दे विच करांगे। एक इत्थे चीज़ मैं होर ऐड करन लग्या, दैट इज़ ट्रांस यूरानियम एलीमेंट्स। ट्रांस यूरेनियम एलीमेंट्स, ट्रांस यूरेनियम एलीमेंट्स, ट्रांस यूरेनियम एलीमेंट्स। देखो यूरेनियम तो ही, जिवें यूरेनियम है, यूरेनियम दे विच की करना आपां ने, न्यूट्रॉन ऐड करना या न्यूट्रॉन इहदे नाल स्ट्राइक करवाना है, स्लो मूविंग जिहड़ा न्यूट्रॉन है जो इहदे विच ऐड हुंदा है तो काफ़ी न्यू एलीमेंट्स जिहड़े हैगे ने, जिहड़े यूरेनियम तो बाद ने वो बनते हैं। तो यूरेनियम तो बाद जिन्ने भी एलीमेंट्स आप यूरेनियम तो बना सकते हैं उन्होंने बोलिया जाता ट्रांस यूरेनियम एलीमेंट। ट्रांस मीनस आप ट्रांजिशन करनी है, यूरेनियम नू ट्रांजिशन करनी है, यूरेनियम नू कन्वर्ट करना है, तो उन्होंने बोलिया जाता ट्रांस यूरेनियम एलीमेंट। बाय चांस इसकी डेफिनेशन आ जाती है पेपर च, वट आर ट्रांस यूरेनियम एटम्स या सॉरी एलीमेंट्स। 1934 ਦੇ ਵਿੱਚ ਇਹ ਚੀਜ਼ डिस्कवर की गई सी कि यूरेनियम तो आप अगे यूरेनियम तो बाद वाले ਜਿਹੜੇ एलीमेंट्स ने वो प्रिपेयर कर सकते हैं। की करना, सिर्फ ਜਿਹੜਾ न्यूट्रॉन है, स्लो मूविंग न्यूट्रॉन यूरेनियम ਦੇ ਵਿੱਚ फॉल करना, यूरेनियम ਦੇ ਨਾਲ स्ट्राइक करवाना तो नवे एलीमेंट डिस्कवर हो जाएंगे, नवे एलीमेंट बन जाएंगे जिन्होंने आप बोलिया जाता है ट्रांस यूरेनियम एलीमेंट। जिवें प्लूटोनीयम हो गया, ट्रांस यूरेनियम एलीमेंट है, यानी कि यूरेनियम तो बाद जिन्ने भी एलीमेंट्स ने जिहड़े तो प्रिपेयर हो सकते हैं, दे आर ट्रांस यूरेनियम एलीमेंट्स।
तो यह है मॉडਰਨ पीरियोडिक टेबल या लॉन्ग फॉर्म ऑफ पीरियोडिक टेबल। अगे आप इन्हां दी प्रॉपर्टीज़ नूं डिस्कस करांगे। प्रॉपर्टीज़ नूं डिस्कस करन तो बाद फिर आप एटॉमिक साइज़, आयनिक साइज़, आयनोशन एनर्जी, इलैक्ट्रॉन गेन एनर्जी ते इलैक्ट्रोनैगेटिविटी, ये 4 चीज़ां ने इन्हां नूं डिटेल च पढ़ांगे। तो आप 1-2 लैक्चरां दे विच ये चैप्टर कंप्लीट हो जाना। इनू नाल स्टडी करी जाओ, बहुत इंपॉर्टेंट भी है तो छोटा भी है चैप्टर, कोई ज़्यादा वड्डा नहीं है, इंटरस्टिंग भी है। मैं ज़्यादा तां नहीं पढ़ा रहा बिकॉज मैं चाहुंदा कि तुसीं खुद पढ़ के देखो, ये काफ़ी ज़्यादा इंटरस्टिंग है। तुसीं खुद पढ़ोगे तो तुहानूं भी ज़्यादा इंटरस्ट हो जाएगा ये। सो मिलते हैं नैक्सट वीडियो के नैक्सट लैक्चर के। टेक केयर एंड बाय बाय।